ਜਿਹੜੀ ਜਿਹੜੀ रूह ਇੱਥੇ ਬੈਠੀ ਆ ਮੇਰੇ ਖਿਆਲ खेती नाल किसानी नाल ਜਾਂ ਕਿਸੇ ਨਾ ਕਿਸੇ ਢੰਗ 'ਚ ਸਾਡੀ ਜ਼ਮੀਨ ਨਾਲ ਜੁੜੇ ਹੋਏ ਲੋਕ ਆ। ਬਜ਼ੁਰਗ ਬੈਠੇ ਆ, ਇਹਨਾਂ ਨੇ ਬੜੇ ਲੰਬੇ ਸੰਘਰਸ਼ ਲੜੇ ਆ, ਹੰਢਾਏ ਆ ਆਪਦੇ ਪਿੰਡੇ ਤੇ ਬੜਾ ਕੁਛ ਉਹਦੇ 'ਚੋਂ ਸਿੱਖਿਆ ਵੀ ਆ। ਜਿਹੜੇ ਸਾਡੇ ਵਰਗੇ ਨੌਜਵਾਨ ਆ ਉਹਨਾਂ ਨੇ ਬਜ਼ੁਰਗਾਂ ਤੋਂ ਸਿੱਖਿਆ, ਕੁਛ ਪੜ੍ਹਿਆ ਤੇ ਆਪਦੇ ਆਪ ਨੂੰ ਤਿਆਰ ਕੀਤਾ ਵੀ ਆਉਣ ਵਾਲੇ ਸੰਘਰਸ਼ਾਂ 'ਚ ਸਾਡੀ ਸ਼ਮੂਲੀਅਤ ਹੋ ਸਕੇ ਤੇ ਅਸੀਂ ਆਪਦਾ ਕੁਛ ਹਿੱਸਾ ਕੁਛ ਯੋਗਦਾਨ ਪਾ ਸਕੀਏ। ਗੱਲ ਅੱਜ ਜਿਹੜੀ ਹੋ ਰਹੀ ਆ, ਅੰਦੋਲਨ ਤਾਂ ਬਹੁਤ ਵੱਡਾ ਉੱਠ ਖੜਾ, ਲਾਮਬੰਦੀ ਹੋ ਗਈ, ਅਸੀਂ ਆਪਦਾ ਰੋਹ ਪ੍ਰਗਟ ਕਰਤਾ। ਜਿਹੜੇ ਕਾਨੂੰਨ ਆਏ ਆ ਜਿਨ੍ਹਾਂ ਨੂੰ ਆਮ ਤੌਰ 'ਤੇ ਹੁਣ ਅਸੀਂ ਕਾਲੇ ਕਾਨੂੰਨ ਹੀ ਕਹਿਣ ਲੱਗ ਗਏ, ਕਿਉਂਕਿ ਹੈ ਹੀ ਕਾਲੇ। ਸਾਡੇ ਤੋਂ ਸਾਡੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਜਿਹੜੀ ਰਚੀ ਗਈ ਆ, ਇਹ ਕਾਨੂੰਨ ਉਹਦਾ ਹਿੱਸਾ ਹੀ ਆ। ਇਹ ਸਾਜ਼ਿਸ਼ ਆ, ਇਹਦੇ ਪਿੱਛੇ ਸਾਜ਼ਿਸ਼ ਬਹੁਤ ਪਹਿਲਾਂ ਤਿਆਰ ਹੋ ਗਈ ਸੀ। ਜੇ ਸਰਕਾਰ ਦੀ ਅਸੀਂ ਕਹੀਏ ਵੀ ਅੱਜ ਅਕਾਲੀ ਸਰਕਾਰ ਵਿਰੋਧ ਕਰ ਰਹੀ ਆ ਜਾਂ ਅਕਾਲੀ ਵਿਰੋਧ ਕਰ ਰਹੇ ਆ ਪਾਰਟੀ, ਤੇ ਕਾਂਗਰਸ ਸਰਕਾਰ ਵੀ ਹੁਣ ਵਿਰੋਧ ਕਰ ਰਹੀ ਆ ਪੰਜਾਬ 'ਚ, ਪਰ ਇਹਨਾਂ ਸਰਕਾਰਾਂ ਦੇ ਹੁੰਦੇ ਹੀ ਜਿਹੜੇ ਵੱਡੇ ਵੱਡੇ ਸਾਈਲੋਜ਼ ਬਣੇ ਆ, ਗੋਡਾਊਨ ਬਣੇ ਆ ਅੰਬਾਨੀਜ਼ ਦੇ, ਅਦਾਨੀਜ਼ ਦੇ, ਉਹ ਪਿਛਲੇ 5-6 ਸਾਲਾਂ ਤੋਂ ਉਹ ਬਣੇ ਆ ਜਾਂ ਬਣ ਰਹੇ ਆ। ਤੇ ਰੇਲ ਦੀ ਲੀਹ ਵੀ ਖਿੱਚੀ ਜਾ ਰਹੀ ਆ ਸਰਕਾਰੀ ਜ਼ਮੀਨ 'ਤੇ। ਹੁਣ ਸਾਡਾ ਜੇ ਕੋਈ ਕਿਸਾਨ ਸਰਕਾਰੀ ਜ਼ਮੀਨ 'ਤੇ ਇੱਕ ਪਹੀ ਵੀ ਅਸੀਂ ਤਿਆਰ ਕਰ ਦਈਏ ਤਾਂ ਉਦੋਂ ਹੀ ਪਟਵਾਰੀ ਜਾਂ ਤਹਿਸੀਲਦਾਰ ਦਾ ਨੋਟਿਸ ਆ ਜਾਂਦਾ, ਉਦੋਂ ਹੀ ਸਾਨੂੰ ਚੱਕ ਕੇ ਲੈ ਜਾਂਦੇ ਆ। ਸੋ ਜੇ ਅਸੀਂ ਕਹੀਏ ਵੀ ਐਡੀਆਂ ਵੱਡੇ ਗੋਡਾਊਨ, ਸਾਈਲੋਜ਼ ਅਤੇ ਰੇਲ ਦੀਆਂ ਲੀਹਾਂ ਜਿਹੜੇ ਗੋਡਾਊਨ ਦੇ ਅੰਦਰੋਂ ਨਿਕਲਦੀਆਂ, ਇਹ ਸਰਕਾਰਾਂ ਦੀ ਮਰਜ਼ੀ ਤੋਂ ਬਿਨਾਂ ਹੋ ਰਿਹਾ। ਅਤੇ ਇਹ ਗੱਲ ਤਾਂ ਸਮਝੋਂ ਬਾਹਰ ਆ ਵੀ ਇਹ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਹੋ ਰਿਹਾ। ਇਹਨਾਂ ਸਰਕਾਰਾਂ ਦਾ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸ ਹੋਵੇ, ਚਾਹੇ BJP ਹੋਵੇ, ਇਹਨਾਂ ਦਾ ਹਿੱਸਾ ਉਹ ਵੱਡੀਆਂ ਕੰਪਨੀਆਂ ਨਾਲ, ਕਾਰਪੋਰੇਟ ਸੈਕਟਰ ਨਾਲ ਹੈਗਾ। ਸੋ ਪਹਿਲਾਂ ਤਾਂ ਇਸ ਗੱਲ 'ਤੇ ਤਾਂ ਅਸੀਂ ਸਾਰੇ ਸਹਿਮਤ ਹਾਂ ਵੀ ਗੱਲ ਹੁਣ ਪੰਜਾਬ ਦੀ ਹੋਂਦ 'ਤੇ ਆ ਕੇ ਟਿਕ ਗਈ ਆ, ਸਾਡੀ ਜ਼ਮੀਨ 'ਤੇ ਆ ਕੇ ਟਿਕ ਗਈ ਆ। ਸਾਡੇ ਤੋਂ ਸਾਡੀ ਜ਼ਮੀਨ ਵੀ ਖੋਹਲੀ, ਸਾਡੇ ਪੈਰ ਨਹੀਂ ਮੁੜ ਕੇ ਕਿਤੇ ਲੱਗਣੇ। ਪਹਿਲਾਂ ਹੀ ਬੜਾ ਪ੍ਰਵਾਸ ਹੋ ਗਿਆ, ਸਾਡੇ ਨੌਜਵਾਨ ਇੱਥੋਂ ਅੱਜ ਕੱਲ੍ਹ ਪਿੰਡ ਹੋਵੇ, ਸ਼ਹਿਰ ਹੋਵੇ, ਹਰ ਮੁੰਡਾ ਹਰ ਕੁੜੀ ਇਹ ਕਹਿੰਦੀ ਆ IELTS ਕਰੀਏ ਅਤੇ ਅਸੀਂ ਬਾਹਰ ਜਾਈਏ। ਇਹ ਬਹੁਤ ਵੱਡੀ ਸਮੱਸਿਆ ਜਿਹਨੂੰ ਹਜੇ ਤੱਕ ਕਿਸੇ ਨੇ ਸੰਬੋਧਨ ਹੀ ਨਹੀਂ ਕੀਤਾ, ਹਜੇ ਤੱਕ ਕੋਈ ਪੈਨਲ ਇਹਨੂੰ ਡਿਸਕਸ ਨਹੀਂ ਕਰ ਰਿਹਾ, ਕਿਸੇ ਯੂਨੀਵਰਸਿਟੀ ਨੇ ਇਹਦੇ 'ਤੇ ਸੈਮੀਨਾਰਸ ਨਹੀਂ ਕੀਤੇ। ਇੱਥੋਂ ਸਾਡਾ ਸਿੱਖਿਆ ਦਾ ਪੱਧਰ ਜਾਂ ਬਣਤਰ ਸਿੱਖਿਆ ਦੀ ਇਹ ਵੀ ਸਾਡੇ ਸਮਝ 'ਚ ਆ ਸਕਦੀ ਆ। ਬਹੁਤ ਵੱਡੀ ਸਮੱਸਿਆ ਜਿਹਦੇ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਨਾਲ ਵੀ ਨਜਿੱਠਣਾ ਹੋਊਗਾ। ਉਦੋਂ ਪਹਿਲਾਂ ਆਪਾਂ ਆ ਜਾਂਦੇ ਹਾਂ ਕਿਸਾਨੀ 'ਤੇ। ਕਿਸਾਨੀ ਤੋਂ ਵੀ ਪਹਿਲਾਂ ਮੈਂ ਆਪਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਜਿਹੜੀ ਹੋਈ ਉਹਦਾ ਜ਼ਿਕਰ ਕਰਨਾ ਚਾਹੁੰਦਾ। ਇਹ ਬੜਾ ਲਾਜ਼ਮੀ ਆ, ਜਿੱਥੋਂ ਕੁਛ ਵਿਚਾਰਾਂ ਦੇ ਵਖਰੇਵੇਂ ਜਿਹੜੇ ਮੇਰੇ 'ਚ ਆਏ, ਹੋ ਸਕਦਾ ਉਹਨਾਂ 'ਚ ਵੀ ਆਏ, ਕਿਉਂਕਿ ਜਿੱਦਾਂ ਉਹ ਮੀਟਿੰਗ ਹੋਈ 2 ਸਵਾਲ ਉਹਨਾਂ ਨੂੰ ਕੀਤੇ ਗਏ ਮੇਰੇ ਵੱਲੋਂ। ਪਹਿਲਾ ਸਵਾਲ ਇਹ ਸੀ ਵੀ ਤੁਸੀਂ ਇਹ ਤੈਅ ਕਰੋ ਜਾਂ ਇਹ ਦੱਸੋ ਮੈਨੂੰ ਵੀ ਅਸੀਂ ਸਿਰਫ ਕੁਛ ਰਿਆਇਤਾਂ ਲਈ ਲੜ ਰਹੇ ਹਾਂ, ਸਾਡੀ ਲੜਾਈ MSP ਦੀ ਆ ਕਿ ਉਹ ਤੋਂ ਗਾਂਹ ਵੀ ਕੋਈ ਗੱਲ ਆ। ਇਹਦਾ ਜਵਾਬ ਮੈਨੂੰ ਸਿੱਧੇ ਤੌਰ 'ਤੇ ਤਾਂ ਨਹੀਂ ਮਿਲਿਆ ਕਿਉਂਕਿ ਉਹ ਦੇ ਨਹੀਂ ਪਾਏ, ਪਰ ਜੇ ਮੈਂ ਕਹਾਂ ਇਹਦਾ ਜਵਾਬ ਸਪਸ਼ਟ ਰੂਪ 'ਚ ਨਾ ਮਿਲ ਕੇ ਇਨਡਾਇਰੈਕਟਲੀ ਇਹਦਾ ਜਵਾਬ ਮੈਨੂੰ ਇਹ ਮਿਲਿਆ ਵੀ ਅਸੀਂ ਰਿਆਇਤਾਂ ਲਈ ਲੜ ਰਹੇ ਹਾਂ। ਜੇ ਸਾਡੀ MSP ਕਿਸਾਨਾਂ ਨੂੰ ਅੱਜ ਦੀ ਤਾਰੀਖ 'ਚ ਸਰਕਾਰ ਕਲੀਅਰ ਕਰ ਦੂਗੀ ਵੀ ਇਹ MSP ਸਰਕਾਰਾਂ ਅਸੀਂ ਦੇ ਰਹੇ ਹਾਂ, ਅਤੇ ਅਸੀਂ ਹੋ ਸਕਦਾ ਸੰਘਰਸ਼ ਨੂੰ ਥੋੜ੍ਹਾ ਬਹੁਤ ਇਹਨੂੰ ਓਨਾ ਤਿੱਖਾ ਨਾ ਰੱਖੀਏ, ਥੋੜ੍ਹਾ ਬਹੁਤ ਬੈਕਫੁੱਟ 'ਤੇ ਚਲੇ ਜਾਈਏ, ਜਿਹਦੇ ਨਾਲ ਮੈਂ ਸੰਤੁਸ਼ਟ ਨਹੀਂ ਸੀ। ਕਿਉਂ ਨਹੀਂ ਸੀ, ਇਹਦੇ 'ਤੇ ਆਪਾਂ ਬਾਅਦ 'ਚ ਆਉਣੇ ਆ। ਦੂਜਾ ਸਵਾਲ ਮੇਰਾ ਇਹ ਸੀ ਵੀ ਜੇ MSP ਜਾਂ ਕੁਛ ਰਿਆਇਤਾਂ ਸਰਕਾਰ ਸਾਨੂੰ ਦੇ ਦਿੰਦੀ ਆ, ਇਹਦੇ ਨਾਲ ਕਿਸਾਨਾਂ ਦਾ, ਮਜ਼ਦੂਰਾਂ ਦਾ, ਮੈਂ ਪੰਜਾਬ ਦੀ ਗੱਲ ਬਾਅਦ 'ਚ ਕਰਦਾ, ਹੋਰ ਪੰਜਾਬ ਦੇ ਬਹੁਤ ਮਸਲੇ ਆ, ਇਹਨੂੰ ਅਸੀਂ ਬਾਅਦ 'ਚ ਡਿਸਕਸ ਕਰ ਲਾਂਗੇ, ਪਰ ਇਹਦੇ ਨਾਲ ਸਾਡੇ ਕਿਸਾਨਾਂ ਦਾ ਅਤੇ ਮਜ਼ਦੂਰਾਂ ਦਾ ਜਿਹੜਾ ਜੀਵਨ ਸ਼ੈਲੀ ਆ ਉਹਨਾਂ ਦੀ ਜਾਂ ਉਹਨਾਂ ਦੀ ਜ਼ਿੰਦਗੀ ਆ, ਇਹਦੇ 'ਚ ਸੁਧਾਰ ਆ ਜਾਊਗਾ। ਇਹਦਾ ਜਵਾਬ ਵੀ ਉਹਨਾਂ ਕੋਲ ਹੈ ਨਹੀਂ ਸੀ, ਕਿਉਂਕਿ ਇਹਦਾ ਜਵਾਬ ਸਪਸ਼ਟ ਆ
ਵੀ MSP ਦੇ ਨਾਲ ਸੁਧਾਰ ਨਹੀਂ ਆ ਸਕਦਾ। ਜਦੋਂ ਤੱਕ ਇਹ ਕਾਲੇ ਕਾਨੂੰਨ ਸੀਗੇ ਉਦੋਂ ਵੀ ਖੁਦਕੁਸ਼ੀਆਂ ਕਿਸਾਨ ਕਰਦੇ ਸੀ, ਉਦੋਂ ਵੀ ਅਸੀਂ ਕਰਜ਼ੇ ਥੱਲੇ ਆ ਤੇ ਸਾਡੇ ਤੋਂ ਲਿਮਟਾਂ ਨਹੀਂ ਮੁੜੀਆਂ ਜਾਂਦੀਆਂ ਸੀ। ਹੁਣ ਜਦੋਂ ਅਸੀਂ ਲੜਨੀ ਰਿਆਇਤਾਂ ਲਈ ਲੱਗ ਗਏ ਸਰਕਾਰ ਦੀ, ਇਹਦਾ ਮਤਲਬ ਕਿਸਾਨ ਜਥੇਬੰਦੀਆਂ ਨੂੰ ਵੀ ਸਰਕਾਰ ਦੀ ਸਾਜ਼ਿਸ਼ ਦਾ ਜਾਂ ਸਰਕਾਰ ਇਹਦੇ ਪਿੱਛੇ ਚਾਹੁੰਦੀ ਕੀ ਆ ਇਹਦੀ ਪੂਰਨ ਤੌਰ 'ਤੇ ਸਮਝ ਹੀ ਨਹੀਂ ਆ ਰਹੀ। ਕਿਉਂਕਿ ਜਿਹੜੇ ਮਸਲੇ ਮੈਂ ਉਹਨਾਂ ਨਾਲ ਡਿਸਕਸ ਕੀਤੇ ਵੀ ਇੱਕ ਉਭਾਰ ਆਇਆ, ਇੱਕ ਅੰਦੋਲਨ ਖੜਾ ਹੋਇਆ, ਇਸ ਅੰਦੋਲਨ 'ਚ ਕੁਛ ਗੁੱਸਾ ਸਾਡਾ ਇਹ ਵੀ ਆ ਵੀ ਸਾਡੇ ਤੋਂ ਸਾਡੇ ਪਾਣੀ ਲੈ ਗਏ, ਕੁਛ ਗੁੱਸਾ ਸਾਡਾ ਇਹ ਵੀ ਆ ਵੀ ਨੌਜਵਾਨੀ 'ਚ ਜਿਹੜਾ ਨਸ਼ਾ ਉਹ ਬਹੁਤ ਵੱਡੇ ਪੱਧਰ 'ਤੇ ਸਰਕਾਰਾਂ ਵੰਡਦੀਆਂ, ਕੁਛ ਗੁੱਸਾ ਸਾਡੇ 'ਚ ਇਹ ਵੀ ਆ ਵੀ ਬੇਰੁਜ਼ਗਾਰੀ ਬਹੁਤ ਵੱਧ ਗਈ, ਕੁਛ ਗੁੱਸਾ ਸਾਡੇ 'ਚ ਇਹ ਵੀ ਆ ਵੀ ਕਿਸਾਨੀ ਨੂੰ ਜਿਵੇਂ ਪਿਛਲੇ 30-35 ਸਾਲਾਂ ਤੋਂ ਇਹਨਾਂ ਨੇ ਹੈਂਡਲ ਕੀਤਾ, ਮਜ਼ਦੂਰਾਂ ਨੂੰ ਜਿਵੇਂ ਹੈਂਡਲ ਕੀਤਾ, ਸ਼ੋਸ਼ਣ ਕੀਤਾ, ਜਿਵੇਂ ਕਿਸਾਨਾਂ 'ਚ ਜਿੱਡਾ ਵੱਡਾ ਸਬਰ ਤੇ ਸੰਤੋਖ ਹੁੰਦਾ ਸੀ, ਹੁਣ ਇਹਨਾਂ ਨੇ ਭੁੱਖਾਂ ਚਮਕਾ ਕਿਸਾਨਾਂ ਦੀ ਜ਼ਿੰਦਗੀ ਨੂੰ ਕਿਸੇ ਹੋਰ ਹੀ ਪਾਸੇ ਲਾਤਾ। ਅਸੀਂ ਆਪਦੇ ਉਹ ਸਿਰਿਆਂ ਨੂੰ ਹੀ ਲੱਭਦੇ ਫਿਰਦੇ ਹਾਂ ਵੀ ਅੱਜ ਫਲਾਨਾ ਖਰਚਾ ਖੜਾ, ਅੱਜ ਕਿਸੇ ਦੀ ਅਸੀਂ ਜਵਾਕ ਦੀ ਫੀਸ ਦੇਣੀ ਆ, ਅੱਜ ਘਰੇ ਸਾਡੇ ਮੰਨ ਲਓ ਵਿਆਹ ਕਰਨਾ ਜਾਂ ਕਿਸੇ ਨੂੰ ਬਾਹਰ ਭੇਜਣਾ, ਜਾਂ ਹੋਰ ਕੋਈ ਹੈਲਥ ਪ੍ਰੋਬਲਮ ਆ ਗਈ ਜਿਹੜੀ ਅਸੀਂ ਕਦੇ ਸੁਣਿਆ ਹੀ ਨਹੀਂ ਸੀ, ਸਿਹਤ ਨਾਲ ਅਸੀਂ ਇਸ ਲੈਵਲ 'ਤੇ ਨਜਿੱਠਾਂਗੇ ਜਾਂ ਐਡੀਆਂ ਵੱਡੀਆਂ ਸਿਹਤ ਦੀਆਂ ਜਿਹੜੀਆਂ ਹੈਲਥ ਪ੍ਰੋਬਲਮ ਸਾਡੇ ਸਾਹਮਣੇ ਆਉਣਗੀਆਂ, ਅਸੀਂ ਉੱਧਰ ਨੂੰ ਤੁਰੇ ਫਿਰਦੇ ਹਾਂ। ਰੋਟੀ ਦੇ ਨਾਲ ਜਿਹੜਾ ਮਰਜ਼ੀ ਪਿੰਡ ਹੋਵੇ ਸ਼ਹਿਰ ਹੋਵੇ ਇੱਕ ਲਿਫਾਫਾ ਗੋਲੀਆਂ ਦਾ ਨਾਲ ਪਿਆ ਹੁੰਦਾ ਵੀ ਰੋਟੀ ਤੋਂ ਬਾਅਦ ਆ 4 ਗੋਲੀਆਂ ਨਾਲ ਲੈਣੀਆਂ ਹੀ ਲੈਣੀਆਂ। ਇਹ ਤਾਂ ਸਾਡੀ ਜ਼ਿੰਦਗੀ ਨਹੀਂ ਸੀ। ਇਸ ਕਰਕੇ ਗੱਲ ਸਮਝਣ ਵਾਲੀ ਕੀ ਆ, ਇਹ ਸਾਰੇ ਗੁੱਸੇ ਲੋਕਾਂ ਦੇ ਅੰਦਰ ਜੋ ਕਾਫੀ ਸਮੇਂ ਤੋਂ ਅੰਦਰ ਮਨਾਂ ਦੇ ਪਏ ਸੀ, ਇੱਕ ਟਾਈਮ 'ਤੇ ਆ ਕੇ ਉਹ ਪ੍ਰਗਟ ਹੋ ਗਏ। ਪ੍ਰਗਟ ਕਦੋਂ ਹੋ ਗਏ? ਜਦੋਂ ਲੋਕਾਂ ਨੂੰ ਇਹ ਲੱਗਿਆ ਵੀ ਸਾਡੇ ਹੁਣ ਤਾਂ ਗਲਾਂ ਨੂੰ ਹੱਥ ਪਾ ਲਿਆ, ਸਾਡੇ ਗਲਮੇ ਨੂੰ ਹੱਥ ਪਾ ਲਿਆ, ਸਾਡੀਆਂ ਜ਼ਮੀਨਾਂ ਵੀ ਸਾਥੋਂ ਖੋਹ ਲੈਣਗੇ। ਇੱਥੇ ਹੋਂਦ ਸਾਡੀ ਜੁੜੀ ਆ, ਇੱਥੇ ਹੀ ਸਰਕਾਰ ਦੀ ਸਾਜ਼ਿਸ਼ ਆ। ਇਹੀ ਗੱਲ ਜਥੇਬੰਦੀਆਂ ਨੂੰ ਸਮਝਣ ਵਾਲੀ ਆ। ਜਦੋਂ ਪੰਜਾਬ ਜਾਂ ਪੰਜਾਬ ਦਾ ਕਿਸਾਨ ਜਾਂ ਇੱਥੇ ਜਿਹੜਾ ਬਾਸ਼ਿੰਦਾ ਜਿਹਦਾ ਜ਼ਮੀਨ ਨਾਲ ਕੋਈ ਰਿਸ਼ਤਾ, ਉਹਦੇ ਤੋਂ ਉਹਦੀ ਜ਼ਮੀਨ ਜਾਂਦੀ ਉਹਨੂੰ ਦਿਖਦੀ ਆ, ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਫਿਰ ਹੁਣ ਤਾਂ ਸਿਰ ਧੜ ਦੀ ਲਾਉਣੀ ਪੈ ਜੇ, ਜ਼ਮੀਨ ਤਾਂ ਨਹੀਂ ਖੋਹੀ ਜਾ ਸਕਦੀ ਮੇਰੇ ਤੋਂ। ਸਰਕਾਰ ਇਹ ਚਾਹੁੰਦੀ ਆ ਸਾਨੂੰ MSP ਵੀ ਦੇ ਦੇਣਗੇ, ਮਾਰਕੀਟ ਕਮੇਟੀਆਂ ਨੂੰ ਵੀ ਰੱਖ ਲੈਣਗੇ, ਪਰ ਜਿਹੜਾ ਸਾਡਾ ਦੁਸ਼ਮਣ ਲਿਆ ਕੇ ਪੈਦਾ ਕਰਤਾ ਕਾਰਪੋਰੇਟ ਸੈਕਟਰ, ਉਹਨਾਂ ਨੇ ਟਾਰਗੇਟਸ 'ਤੇ ਕੰਮ ਕਰਨਾ, ਉਹਨਾਂ ਨੇ ਮੁਨਾਫੇ 'ਤੇ ਕੰਮ ਕਰਨਾ, ਉਹਨਾਂ ਦੀਆਂ ਪਾਲਿਸੀਜ਼ ਬਹੁਤ ਖਤਰਨਾਕ ਹੁੰਦੀਆਂ। ਹਜੇ ਤੱਕ ਸਾਨੂੰ ਸਰਕਾਰ ਪ੍ਰੋਟੈਕਟ ਕਰਦੀ ਸੀ ਕਿ ਕੰਪਨੀਆਂ ਵਾਲੇ ਸਿੱਧਾ ਕਿਸਾਨਾਂ ਤੱਕ ਜਾ ਕੇ ਆਪਦੀ ਫਸਲ ਦੀ ਖਰੀਦ ਫਰੋਖਤ ਨਹੀਂ ਕਰ ਸਕਦੇ ਸੀ, ਕਿਉਂਕਿ ਜਮਾਖੋਰੀ ਕਰਨ 'ਚ ਐਸੈਂਸ਼ੀਅਲ ਕਮੋਡਿਟੀ ਐਕਟ ਇੱਕ ਨਾਲ ਜਿਹੜਾ ਕਾਨੂੰਨ ਆ ਉਹਦੇ 'ਚ ਇੱਕ ਪਾਬੰਦੀ ਲੱਗੀ ਹੋਈ ਸੀ ਵੀ ਤੁਸੀਂ ਅਨਾਜ ਦੀ ਜਮਾਖੋਰੀ ਇੱਕ ਪਰਟੀਕੂਲਰ ਇੱਕ ਇੰਨੇ ਲਿਮਿਟ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ, ਉਹ ਇਲੀਗਲ ਆ। ਉਸ ਕੰਡੀਸ਼ਨ ਨੂੰ ਖ਼ਤਮ ਕਰਕੇ ਸਰਕਾਰ ਨੇ ਕਾਨੂੰਨ ਇਹ ਬਣਾਤਾ ਵੀ ਅੱਜ ਜਿਸ ਕਿਸੇ ਬੰਦੇ ਕੋਲੇ ਪੈਨ ਕਾਰਡ ਆ ਉਹ ਬੰਦਾ ਕਿਸਾਨ ਤੋਂ ਜ਼ਮੀਨ ਖਰੀਦ ਸਕਦਾ। ਜਦੋਂ ਜਿਸ ਲੈਵਲ 'ਤੇ ਕਿਸਾਨ ਦੀ ਜ਼ਿੰਦਗੀ ਅੱਜ ਪੰਜਾਬ 'ਚ ਪਹੁੰਚ ਗਈ ਆ, ਜੇ ਕੰਪਨੀਆਂ ਵਾਲੇ ਸਿੱਧੇ ਕਿਸਾਨਾਂ ਨਾਲ ਇਨ ਟੱਚ ਹੋ ਗਏ, ਕੰਪਨੀਆਂ ਵਾਲਿਆਂ ਸਿੱਧੇ ਰਾਬਤਾ ਬਣਾਉਣ ਲੱਗ ਗਏ, ਕਿਸਾਨਾਂ ਨੂੰ ਉਹਨਾਂ ਨੇ ਕਰਜ਼ਾ ਵੀ ਦੇਣਾ, ਕਿਸਾਨਾਂ ਨੂੰ ਉਹਨਾਂ ਨੇ ਮਸ਼ੀਨਰੀ ਵੀ ਦੇਣੀ ਆ, ਕਿਸਾਨਾਂ ਨੂੰ ਉਹਨਾਂ ਨੇ ਲਾਲਚ ਵੀ ਦੇਣੇ ਆ ਵੀ ਤੁਹਾਨੂੰ ਤੁਹਾਡੇ ਘਰੋਂ ਫਸਲ ਚੱਕਾਂਗੇ, ਤੁਹਾਡੇ ਖੇਤ 'ਚੋਂ ਚੱਕਾਂਗੇ, ਤੁਹਾਨੂੰ ਕੀ ਲੋੜ ਆ ਮਾਰਕੀਟ 'ਚ ਲੈ ਕੇ ਜਾਣ ਦੀ, ਤੁਹਾਨੂੰ ਕੀ ਲੋੜ ਆ ਮੰਡੀਆਂ 'ਚ ਫਸਲ ਲੈ ਕੇ ਜਾਣ ਦੀ, ਤੁਹਾਨੂੰ ਕੀ ਲੋੜ ਆ ਆੜ੍ਹਤੀਆਂ ਨੂੰ ਪੈਸੇ ਦੇਣ ਦੀ, ਸਾਡੇ ਨਾਲ ਕਰੋ 10-15 ਸਾਲ ਦਾ ਤੁਸੀਂ ਕੰਟਰੈਕਟ। ਅਤੇ ਉਹ ਕੰਟਰੈਕਟ 'ਚ ਕੰਡੀਸ਼ਨਸ ਇਹੋ ਜਿਹੀਆਂ ਹੋਣਗੀਆਂ ਵੀ ਅਸੀਂ ਉਹਨਾਂ ਦੇ ਗੁਲਾਮ ਹੋ ਜਾਵਾਂਗੇ। ਮੈਂ ਕਾਰਪੋਰੇਟ ਸੈਕਟਰ ਨਾਲ ਘੱਟੋ ਘੱਟ ਨਹੀਂ ਤਾਂ 7-8 ਸਾਲ ਬੰਬੇ ਵਰਗੇ ਸ਼ਹਿਰਾਂ 'ਚ ਕੰਮ ਕੀਤਾ ਹੋਇਆ, ਮੈਂ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ। ਜੇ ਅਸੀਂ ਕਹੀਏ ਕਿਸਾਨ ਕੰਪਨੀਆਂ ਦੇ ਨਾਲ ਮੱਥਾ ਲਾਉਣ ਜੋ ਕਿ ਹੈਗੇ ਆ ਤਾਂ ਅਸੀਂ ਹੈ ਨਹੀਂ। ਸਾਨੂੰ ਕਾਗਜ਼ ਹਜੇ ਬੈਂਕ 'ਚ ਫਾਰਮ ਭਰਨੇ ਤਾਂ ਆਏ ਨਹੀਂ, ਅਸੀਂ 20 ਪੇਜਾਂ ਦਾ ਕੰਟਰੈਕਟ ਕਿੱਥੋਂ ਪੜ੍ਹ ਕੇ ਉਹਨੂੰ ਸਮਝ ਕੇ ਅਤੇ ਇਹਨਾਂ ਕੰਪਨੀਆਂ ਨਾਲ ਲੜ ਲਾਂਗੇ। ਫਿਰ ਕਾਨੂੰਨ ਇਹ ਆ ਵੀ ਜੇ ਕਿਤੇ ਕੰਪਨੀ ਸਾਡੇ ਨਾਲ ਧੱਕਾ ਕਰਦੀ ਆ ਅਸੀਂ ਅਦਾਲਤ 'ਚ ਵੀ ਨਹੀਂ ਜਾ ਸਕਦੇ। SDM ਦੇ ਲੈਵਲ ਤੱਕ ਫੈਸਲੇ ਹੋਣਗੇ ਜਾਂ ਤਹਿਸੀਲਦਾਰ ਜਾਂ SDM ਫੈਸਲੇ ਕਰੂਗਾ। ਉਹ ਤਾਂ ਪਹਿਲਾਂ ਹੀ ਸਰਕਾਰ ਦੇ
ਪਹਿਲਾਂ ਹੀ ਸਰਕਾਰੀ ਨੌਕਰ ਆ, ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਕਿਉਂ ਫੈਸਲੇ ਕਰਨੇ ਆ? ਸਰਕਾਰਾਂ ਤਾਂ ਕੰਪਨੀਆਂ ਨੂੰ ਪਾਲ ਕੇ ਰੱਖਦੀਆਂ, ਸਰਕਾਰਾਂ ਹੀ ਅੱਜ ਕੰਪਨੀਆਂ ਨੂੰ ਇੱਕ ਮੰਡੀ ਪੈਦਾ ਕਰਕੇ ਦੇ ਰਹੀਆਂ। ਉਹ ਮੰਡੀ 'ਚ ਕਿਸਾਨਾਂ ਨੂੰ ਲੇਬਰ ਦੀ ਤਰ੍ਹਾਂ ਯੂਜ਼ ਕਰਨ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦੇ ਰਹੀਆਂ। ਜੇ ਅਸੀਂ ਕਹੀਏ ਸਾਡੇ ਕਿਸਾਨ ਕੰਪਨੀਆਂ ਨਾਲ ਮੱਥਾ ਲਾ ਲੈਣਗੇ, ਅਸੀਂ ਮੱਥਾ ਨਹੀਂ ਲਾ ਸਕਦੇ। ਕੰਪਨੀਆਂ ਦੀਆਂ ਨੀਤੀਆਂ ਬਹੁਤ ਖਤਰਨਾਕ ਹੁੰਦੀਆਂ, ਉਹਨਾਂ ਕੋਲੇ ਵੱਖ-ਵੱਖ ਡਿਪਾਰਟਮੈਂਟ ਹੁੰਦੇ ਆ ਜਿਹੜੇ ਇੱਕ ਪਾਲਿਸੀ ਤੇ ਕੰਮ ਕਰਦੇ ਆ। ਕਿਸਾਨਾਂ ਤੇ ਗਲਬਾ ਕਿਵੇਂ ਪਾਉਣਾ, ਸਾਡੀ ਜ਼ਮੀਨ ਤੇ ਆਪਦਾ ਹੱਕ ਕਿਵੇਂ ਜਮਾਉਣਾ, ਉਹਨਾਂ ਨੂੰ ਬਹੁਤ ਖੂਬੀ ਤੇ ਬਹੁਤ ਚੰਗੀ ਤਰ੍ਹਾਂ ਆਉਂਦਾ। ਉਹਨਾਂ ਨੇ ਸਾਡੇ ਅਹਿਸਾਸ ਨਹੀਂ ਸਮਝਣੇ, ਉਹਨਾਂ ਨੇ ਇਹ ਨਹੀਂ ਸਮਝਣਾ ਵੀ ਸਾਡੀ ਘਰੇ ਸਾਨੂੰ ਦਵਾਈ ਚਾਹੀਦੀ ਆ, ਸਾਡੇ ਘਰੇ ਵਿਆਹ, ਸਾਡੇ ਖੰਡ ਪਾਠ ਆ, ਜਾਂ ਸਾਡੇ ਸਕੂਲ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਭਰਨੀਆਂ। ਉਹਨਾਂ ਨੇ ਤਾਂ ਆਪਦਾ ਮੁਨਾਫਾ ਦੇਖਣਾ। ਕੋਈ ਵੀ ਕੰਪਨੀ ਆ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਚੱਲਦੀ ਹੀ ਮੁਨਾਫੇ 'ਤੇ ਆ। ਜੇ ਸਾਡੇ ਇਹ ਗੱਲਾਂ, ਬੇਸਿਕ ਗੱਲਾਂ ਅੱਜ ਮੈਂ ਜਮਾਂ ਸਿੱਧੀਆਂ ਕਰ ਰਿਹਾ, ਜ਼ਿਆਦਾ ਟੈਕਨੀਕਲ ਐਸਪੈਕਟਸ 'ਚ ਆਪਾਂ ਨਹੀਂ ਜਾਂਦੇ, ਸਿੱਧੀਆਂ ਕਰ ਰਿਹਾ। ਜੇ ਕਿਸੇ ਦਾ ਕੋਈ ਸਵਾਲ ਹੋਵੇ ਉਹ ਪੁੱਛ ਸਕਦੇ ਹਾਂ, ਆਪਾਂ ਸਵਾਲ ਜਵਾਬ ਵੀ ਕਰਾਂਗੇ ਇਸ ਤੋਂ ਬਾਅਦ। ਜੇ ਅਸੀਂ ਇਹ ਸੋਚਦੇ ਹਾਂ ਵੀ ਕੰਪਨੀਆਂ ਆ ਜਾਣਗੀਆਂ ਅਤੇ ਕੰਪਨੀਆਂ ਸਾਡਾ ਭਲਾ ਕਰ ਦੇਣਗੀਆਂ, ਸਰਕਾਰਾਂ ਨੇ ਭਲਾ ਕਰਨਾ ਹੁੰਦਾ। ਸਰਕਾਰਾਂ ਨੇ ਕਿਸਾਨੀ ਨੂੰ ਅੱਜ ਦੇ ਮਾਡਰਨ ਦੌਰ 'ਚ, ਇਸ ਮਾਡਰਨ ਇਕੋਨਮੀ 'ਚ ਪ੍ਰੋਟੈਕਟ ਕਰਕੇ ਰੱਖਣਾ ਹੁੰਦਾ, ਕਿਸਾਨਾਂ ਨੂੰ ਬਚਾ ਕੇ ਰੱਖਣਾ ਹੁੰਦਾ, ਤਾਂ ਕਿ ਬਾਹਰ ਦਾ ਕਾਰਪੋਰੇਟ ਸੈਕਟਰ ਆ ਕੇ ਉਹਨਾਂ ਤੱਕ ਸਿੱਧੀ ਪਹੁੰਚ ਨਾ ਕਰ ਸਕੇ ਅਤੇ ਉਹਨਾਂ ਦਾ ਸ਼ੋਸ਼ਣ ਨਾ ਕਰ ਸਕੇ। ਜੇ ਇਹ ਰਿਸਟ੍ਰਿਕਸ਼ਨ ਜਾਂ ਇਹ ਦੀਵਾਰ ਖਤਮ ਹੋ ਗਈ ਤਾਂ ਕਿਸਾਨ ਪੰਜਾਬ ਕੀ, ਹਰਿਆਣਾ ਕੀ, ਜਾਂ ਕਿਤੇ ਹੋਰ ਜਿੱਥੇ ਕਿਸਾਨੀ ਹਜੇ ਅਸੀਂ ਇਹ ਕਹਿੰਦੇ ਹਾਂ ਵੀ ਮਾੜਾ ਮੋਟਾ ਅਸੀਂ ਕਿਸਾਨੀ 'ਤੇ ਨਿਰਭਰ ਹਾਂ ਅਤੇ ਕਿਸਾਨੀ ਸਾਡੀ ਜ਼ਿੰਦਗੀ ਨੂੰ ਚਲਾਉਂਦੀ ਆ, ਕਿਸਾਨ ਨਹੀਂ ਬਚਣਗੇ, ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਬਚਣਗੀਆਂ। ਅਸੀਂ ਕੰਟਰੈਕਟ ਲੇਬਰ ਦੇ ਤਰ੍ਹਾਂ ਯੂਜ਼ ਕੀਤੇ ਜਾਵਾਂਗੇ। ਸਾਨੂੰ ਦੱਸਿਆ ਜਾਊਗਾ ਕਿਹੜੀ ਫਸਲ ਉਗਾਉਣੀ ਆ, ਸਾਨੂੰ ਇਹ ਵੀ ਦੱਸਿਆ ਜਾਊਗਾ ਵੀ ਫਸਲ 'ਤੇ ਜੇ ਮੀਂਹ ਪੈ ਗਿਆ, ਫਸਲ 'ਤੇ ਮੰਨ ਲਓ ਕੱਲ੍ਹ ਨੂੰ ਹੜ੍ਹ ਆ ਗਏ, ਸੋਕਾ ਪੈ ਗਿਆ, ਗਰਮੀ ਵੱਧ ਗਈ, ਹਨੇਰੀ ਆ ਗਈ, ਇਹ ਸਾਡੀ ਰਿਸਪੌਂਸਿਬਿਲਟੀ ਆ। ਕੁਦਰਤੀ ਆਫਤਾਂ ਵੀ ਉਸ ਕੰਟਰੈਕਟ 'ਚ ਸਾਡੇ ਹਿੱਸੇ ਪਾ ਦਿੱਤੀਆਂ ਜਾਣਗੀਆਂ। ਜੇ ਫਸਲ ਉਹਨਾਂ ਦੇ ਸਟੈਂਡਰਡਸ ਦੇ ਅਕੋਰਡਿੰਗਲੀ ਨਹੀਂ ਹੋਊਗੀ, ਉਹਨਾਂ ਨੇ ਖੜੀ ਫਸਲ ਛੱਡ ਜਾ ਕਰਨੀ ਆ ਵੀ ਅਸੀਂ ਨਹੀਂ ਖਰੀਦਦੇ, ਅਸੀਂ ਨਹੀਂ ਇਹਦੀ ਕੋਈ ਤੁਹਾਨੂੰ ਮੁੱਲ ਦਿੰਦੇ, ਆਹ ਪਿਆ ਕੰਟਰੈਕਟ, ਤੁਸੀਂ ਆਪ ਹੀ ਸਾਈਨ ਕਰਕੇ ਗਏ ਸੀ ਨਾ। ਮੁੜ ਕੇ ਜਾ ਵੜੋ SDM ਕੋਲੇ, ਜਾ ਵੜੋ ਤਹਿਸੀਲਦਾਰ ਕੋਲੇ, ਕਿਸੇ ਨੇ ਨਹੀਂ ਪੁੱਛਣਾ। ਕਿਉਂਕਿ ਇੱਕ ਵਾਰੀ ਤਾਂ ਸਾਨੂੰ ਜਦੋਂ 15-10 ਸਾਲਾਂ ਦਾ, 5 ਸਾਲਾਂ ਦਾ ਕੰਟਰੈਕਟ ਫੜਾਤਾ ਅਤੇ ਕਿਹਾ ਚੱਕੋ 5 ਲੱਖ ਰੁਪਈਆ ਸਾਈਨਿੰਗ ਦਿੰਦੇ ਆ, ਸਾਡੇ ਮੂਹਰੇ 5 ਲੱਖ ਪਿਆ ਹੋਇਆ, ਸਾਡੇ ਤਾਂ ਖਰਚੇ ਖੜੇ ਹੁੰਦੇ ਆ। ਸਾਨੂੰ ਤਾਂ ਅੱਜ ਜੇ ਫਸਲ ਸਿੱਟਦੇ ਆ, ਉਦੋਂ ਪਹਿਲਾਂ ਅੱਧੀ ਫਸਲ ਦਾ ਮੁੱਲ ਤਾਂ ਆੜ੍ਹਤੀ ਤੋਂ ਲੈ ਚੁੱਕੇ ਹੁੰਦੇ ਆ। ਅਸੀਂ 5 ਲੱਖ 2 ਲੱਖ ਸਾਹਮਣੇ ਪਿਆ, ਕਿੱਥੋਂ ਛੱਡਾਂਗੇ? ਅਸੀਂ ਤਾਂ ਰੋਟੀ ਜਿਹੜੇ ਘਰੇ ਬੈਠੇ ਆ ਉਹਨਾਂ ਦੇ ਮੂੰਹ 'ਚ ਪਾਉਣੀ ਆ। ਸੋ ਐਡਾ ਵੱਡਾ ਸ਼ੋਸ਼ਣ ਸ਼ੁਰੂ ਹੋ ਜਾਣਾ ਇਹਨਾਂ ਬਿੱਲਾਂ ਤੋਂ ਬਾਅਦ। ਹੁਣ ਜੇ ਅਸੀਂ ਇਕੱਲੀ MSP ਦੀ ਲੜਾਈ ਲੜਦੇ ਹਾਂ, ਕੁਛ ਰਿਆਇਤਾਂ ਦੀ ਲੜਾਈ ਲੜਦੇ ਹਾਂ, ਇੱਕ ਗੱਲ ਦਾ ਜਵਾਬ ਮੈਂ ਆਪਸ 'ਚ ਵੀ ਆਪਾਂ ਵਿਚਾਰ ਲਾਂਗੇ, ਇਹ ਲੈਣਾ ਚਾਹਣਾ। ਇਦੋਂ ਪਹਿਲਾਂ ਇਹ ਕਾਨੂੰਨ ਨਹੀਂ ਸੀ, MSP ਦਿੱਤੀ ਜਾਂਦੀ ਸੀ, ਸਾਡਾ ਕਿਸਾਨੀ ਦਾ ਅਤੇ ਮਜ਼ਦੂਰਾਂ ਦਾ ਬਹੁਤ ਬੁਰਾ ਹਾਲ ਸੀ। ਇਹਦਾ ਮਤਲਬ ਅਸੀਂ ਆਪਦੇ ਆਪ ਨਾਲ ਇਹ ਧੋਖਾ ਕਰਾਂਗੇ ਜੇ MSP ਲੈ ਕੇ ਅਸੀਂ ਕਹਿੰਦੇ ਹਾਂ ਵੀ ਸਾਡੀ ਜਿੱਤ ਹੋ ਗਈ। ਅਸੀਂ ਫਿਰ ਉਸੇ ਆਨੇ ਵਾਲੀ ਥਾਂ 'ਤੇ ਆ ਜਾਵਾਂਗੇ। ਆਨੇ ਵਾਲੀ ਥਾਂ 'ਤੇ ਆ ਕੇ ਅਸੀਂ ਦਿਨ ਬ ਦਿਨ ਇੱਕ ਇਹੋ ਜਿਹਾ ਜ਼ਹਿਰ ਦਿੱਤਾ ਜਾ ਰਿਹਾ ਸਾਨੂੰ, ਜਿਹੜਾ ਸਲੋ ਪੋਇਜ਼ਨ ਆ, ਹੌਲੀ ਆ ਕੇ ਸਾਡੇ ਗਲ 'ਚ ਆਉਣਾ ਹੀ ਆਉਣਾ ਅਤੇ ਸਾਡੇ ਸਾਹ ਬੰਦ ਹੋਣੇ ਹੀ ਹੋਣੇ ਆ। ਇਸ ਟਾਈਮ ਜਿੰਨਾ ਭਰੋਸਾ, ਜਿੰਨੀ ਲਾਮਬੰਦੀ ਹੋਗੀ, ਉਹ ਲਾਮਬੰਦੀ ਨੈਸ਼ਨਲ ਲੈਵਲ ਤੱਕ ਜਾ ਸਕਦੀ ਆ। ਕਿਸਾਨ ਜਥੇਬੰਦੀਆਂ ਜੇ ਇਸ ਗੱਲ ਨੂੰ ਸਮਝ ਲੈਣ ਵੀ ਲੋਕਾਂ ਨੇ ਐਡਾ ਭਰੋਸਾ ਉਹਨਾਂ 'ਚ ਜਤਾਇਆ, ਅਤੇ ਉਸ ਭਰੋਸੇ ਨੂੰ ਸਮਝ ਕੇ ਜੇ ਕਿਤੇ ਆਰ ਪਾਰ ਦੀ ਲੜਾਈ ਲੜਨ, ਇਹੋ ਜਿਹਾ ਸਿਸਟਮ ਬਣਾਉਣ ਦੀ ਲੜਾਈ ਲੜਨ ਜਿੱਥੇ ਕਿਸਾਨਾਂ ਦਾ ਅਤੇ ਮਜ਼ਦੂਰਾਂ ਦਾ ਸਹੀ ਤੌਰ 'ਤੇ ਸਹੀ ਹੱਕ ਵੀ ਮਿਲਣ ਅਤੇ ਸਹੀ ਤੌਰ 'ਤੇ ਸ਼ੋਸ਼ਣ ਬੰਦ ਹੋ ਸਕੇ, ਲੜਾਈ ਸਾਨੂੰ ਉਹ ਲੜਨੀ ਚਾਹੀਦੀ ਆ। ਇਹੋ ਜਿਹੇ ਸਿਸਟਮ ਦੀ ਮੰਗ ਰੱਖਣੀ ਚਾਹੀਦੀ ਆ। ਜੇ ਅਸੀਂ ਮੰਗ ਰੱਖਾਂਗੇ ਵੀ ਕਾਨੂੰਨ ਵਾਪਸ ਲੈ ਲਓ, ਤਾਂ ਫਿਰ ਤਾਂ ਸਲੋ ਪੋਇਜ਼ਨ ਪਹਿਲਾਂ ਹੀ ਅਸੀਂ ਖਾਈ ਜਾਂਦੇ ਸੀ, ਕਿਸਾਨੀ ਨੇ ਤਾਂ ਜਾਣਾ ਹੀ ਉਸ ਪਾਸੇ ਸੀ। ਤੁਸੀਂ ਦੇਖ ਲਓ, ਸਾਨੂੰ ਮਿੱਟੀ ਤੋਂ ਜਾਂ ਪਿੰਡਾਂ ਤੋਂ ਹੌਲੀ ਸ਼ਹਿਰੀਕਰਨ ਕਰਕੇ, ਹੌਲੀ ਪ੍ਰਵਾਸ ਦੇ ਢੰਗ ਨਾਲ, ਹੌਲੀ ਇਹ ਮਾਰਕੀਟ ਕਮੇਟੀਆਂ ਦੇ
ਜਿਹੜੀ ਸਾਡੇ ਤੇ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਜਾਂ MSP ਵੀ ਸਾਨੂੰ ਪੂਰੀ ਤਰ੍ਹਾਂ ਨਹੀਂ ਮਿਲਦੀ। ਅਸੀਂ ਪਹਿਲਾਂ ਹੀ ਗਵਰਨਮੈਂਟ ਤੇ ਜਾਂ ਜਿਹੜੀਆਂ ਮਾਰਕੀਟ ਕਮੇਟੀਆਂ ਉਹਨਾਂ ਤੇ ਡਿਪੈਂਡ ਰਹਿੰਦੇ ਆ। ਇਹ ਹੀ ਬਹੁਤ ਕੋਈ ਬੜਾ ਵਧੀਆ ਢੰਗ ਨਹੀਂ ਆ। ਇਹਨੂੰ ਲੜਨ ਨੂੰ ਇਹਦੇ ਖਾਤਰ ਵੀ ਸਾਨੂੰ ਅੱਜ ਹੀ ਲੜਨਾ ਪਊਗਾ। ਰੋਜ਼-ਰੋਜ਼ ਲਹਿਰਾਂ ਨਹੀਂ ਪੈਦਾ ਹੁੰਦੀਆਂ, ਰੋਜ਼-ਰੋਜ਼ ਅੰਦੋਲਨ ਨਹੀਂ ਪੈਦਾ ਹੋਣੇ, ਰੋਜ਼-ਰੋਜ਼ ਇਹ ਰੋਹ ਨਹੀਂ ਪ੍ਰਗਟ ਹੋਣਾ। ਅੱਜ ਜੇ ਹੋਇਆ ਇਹਨੂੰ ਅਸੀਂ ਜੇ ਵੇਸਟ ਕਰ ਲਾਂਗੇ ਤੇ ਜਿਵੇਂ ਕੱਲ੍ਹ ਸਰਕਾਰ ਦੀ ਚਿੱਠੀ ਆ ਗਈ ਵੀ 8 ਤਰੀਕ ਨੂੰ ਕਾਨਫਰੰਸ ਰੱਖੋ, ਉਹ ਮੀਟਿੰਗ ਨਹੀਂ ਆ, ਕਾਨਫਰੰਸ ਆ। ਸ਼ਬਦਾਂ 'ਚ ਹੀ ਉਲਝਾ ਲੈਂਦੇ ਆ। ਕਿਸਾਨ ਜਥੇਬੰਦੀਆਂ ਦੇ ਜੇ ਲੀਡਰ ਉੱਥੇ ਜਾਣਗੇ, ਜਿਵੇਂ ਐਂ ਬੈਠੇ ਆ ਆਪਾਂ ਘੇਰਾ ਬਣਾ ਕੇ ਬਹਿ ਜਾਾਂਗੇ ਤੇ ਉੱਥੇ ਸਿਰਫ ਡਿਸਕਸ਼ਨ ਹੋਊਗੀ। ਉੱਥੇ ਇਹ ਨਹੀਂ ਪੁੱਛਿਆ ਜਾਊਗਾ ਵੀ ਤੁਹਾਡੇ ਖਦਸ਼ੇ ਕੀ ਆ, ਸਾਨੂੰ ਦੱਸੋ। ਕਾਨਫਰੰਸ ਦਾ ਮਤਲਬ ਇਹ ਹੁੰਦਾ ਵੀ ਅਸੀਂ ਤੁਹਾਨੂੰ ਆਪਦੀ ਗੱਲ ਦੱਸਦੇ ਹਾਂ, ਤੁਸੀਂ ਆਪਦੀ ਗੱਲ ਦੱਸ ਜੋ ਤੇ ਬਸ ਜੀ ਇੱਥੇ ਖਤਮ ਕਰਦੇ ਹਾਂ। ਮੈਨੂੰ ਹੁਣੇ ਪਤਾ ਲੱਗਿਆ ਕਿਸਾਨ ਜਥੇਬੰਦੀਆਂ ਨੇ ਉਹ ਕਾਨਫਰੰਸ ਕਰਨ ਤੋਂ ਮਨਾ ਕਰਤਾ। ਮੇਰੇ ਖਿਆਲ 'ਚ ਚੰਗਾ ਡਿਸੀਜਨ ਆ। ਅਸੀਂ ਹੁਣ ਆਰ ਪਾਰ ਦੀ ਲੜਾਈ ਲੜੀਏ। ਸਾਨੂੰ ਕੋਈ ਇਹੋ ਜਿਹਾ ਸਿਸਟਮ ਦਿਓ, ਸਾਨੂੰ ਇਹੋ ਜਿਹਾ ਕੋਈ ਢੰਗ ਦਿਓ ਜਿੱਥੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲ ਸਕਣ, ਪੰਜਾਬ ਨੂੰ ਆਪਦੀ ਮਿੱਟੀ ਨਾਲ ਨਾ ਤੋੜਿਆ ਜਾ ਸਕੇ। ਜੇ ਸਾਡੇ ਤੋਂ ਸਾਡੀ ਮਿੱਟੀ ਖੁਰਦੀ ਆ, ਜੇ ਸਾਡੇ ਪਿੰਡ ਖੁਰਦੇ ਆ, ਸਾਡਾ ਸਭ ਕੁਝ ਖੁਰ ਜਾਣਾ। ਸੋ ਇਹ ਤਾਂ ਸੀ ਗੱਲ ਸਾਡੀ ਸਰਕਾਰ ਦੇ ਖਿਲਾਫ ਤੇ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਥੋੜ੍ਹਾ ਬਹੁਤ ਮੈਂ ਕਹਿ ਸਕਦਾ ਵੀ ਸਾਡਾ ਵਿਚਾਰਾਂ ਦੇ ਵਖਰੇਵੇਂ ਆ। ਪਰ ਵਖਰੇਵੇਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਇੱਕ ਦੂਜੇ ਦੇ ਵਿਰੁੱਧ ਹੋ ਗਏ। ਵਖਰੇਵੇਂ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਸਾਡੀ ਆਪਸੀ ਕੋਈ ਰੰਜਿਸ਼ ਸ਼ੁਰੂ ਹੋ ਗਈ। ਸਾਡਾ ਮਕਸਦ ਤਾਂ ਇੱਕ ਆ। ਇਤਿਹਾਸ 'ਚ ਵੀ ਜਦੋਂ ਜਦੋਂ ਲੜਾਈਆਂ ਲੜੀਆਂ, ਜਦੋਂ ਜਦੋਂ ਸੰਘਰਸ਼ ਵਿੱਢੇ ਆ, ਉਦੋਂ ਮੋਰਚੇ ਕਈ ਥਾਵਾਂ 'ਤੇ ਲੱਗਦੇ ਆ। ਇੱਕ ਥਾਂ 'ਤੇ ਮੋਰਚੇ ਨਹੀਂ ਲੱਗਦੇ। ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ, ਆਜ਼ਾਦੀ ਵੇਲੇ ਵੀ ਬੱਬਰ ਇੱਕ ਥਾਂ 'ਤੇ ਮੋਰਚਾ ਲਾ ਕੇ ਲੜਦੇ ਹੁੰਦੇ ਸੀ, ਗਦਰੀ ਬਾਬੇ ਇੱਕ ਪਾਸੇ ਲੜਦੇ ਹੁੰਦੇ ਸੀ, ਇਨਕਲਾਬੀ ਇੱਕ ਪਾਸੇ ਲੜਦੇ ਸੀ, ਗਰਮ ਦਲੀਏ ਇੱਕ ਪਾਸੇ ਆਪਦਾ ਮੋਰਚਾ ਵਿੜਦੇ ਸੀ, ਨਰਮ ਦਲੀਏ ਇੱਕ ਪਾਸੇ ਵਿੜਦੇ ਸੀ। ਸੋ ਇਹ ਮੋਰਚਾ ਵੀ ਕਿਸਾਨਾਂ ਲਈ ਹੀ ਲੱਗਿਆ ਹੋਇਆ। ਉਹਨਾਂ ਜਥੇਬੰਦੀਆਂ ਨੂੰ ਇਹ ਨਹੀਂ ਕਿਹਾ ਗਿਆ ਵੀ ਅਸੀਂ ਤੁਹਾਡੇ ਨਾਲ ਨਹੀਂ ਆ, ਅਸੀਂ ਤੁਹਾਡੇ ਨਾਲ ਆ, ਪਰ ਤੁਹਾਡੀ ਜੇ ਇਕੱਲੀ MSP ਦੀ ਲੜਾਈ ਰਹਿ ਗਈ। ਸਾਡੀ ਲੜਾਈ MSP ਦੇ ਨਾਲ ਨਾਲ ਸਾਡੀ ਹੋਂਦ ਦੀ ਆ। ਜੇ ਤੁਸੀਂ MSP ਲੈ ਕੇ ਬੈਠੇ ਤੇ ਅਸੀਂ ਤੁਹਾਡੇ ਉੱਤੇ ਪਹਿਰੇਦਾਰੀ ਵਾਲਾ ਕੰਮ ਕਰਾਂਗੇ ਵੀ ਜ਼ਮੀਨ ਤਾਂ ਸਾਡੀ MSP ਲੈ ਲਓ, ਫਿਰ ਵੀ ਜਾਣੀ ਆ। ਤੇ ਜੇ ਅਸੀਂ ਹੁਣ ਨਾ ਆਵਾਜ਼ ਚੱਕੀ ਫਿਰ ਆਪਦੀ ਹੋਂਦ ਗਵਾ ਬੈਠਾਂਗੇ। ਇੰਨਾ ਕੀ ਫਰਕ ਆ। ਬਾਕੀ ਕਿਸੇ ਨਾਲ ਕੋਈ ਵਖਰੇਵਾਂ ਨਹੀਂ ਇਸ ਗੱਲ ਤੇ ਵੀ ਅਸੀਂ ਕਿਸਾਨਾਂ ਨਾਲ ਨਹੀਂ ਲੜ ਰਹੇ, ਕਿਸੇ ਨਾਲ ਕੋਈ ਵਖਰੇਵਾਂ ਨਹੀਂ ਇਸ ਗੱਲ ਤੇ ਵੀ ਅਸੀਂ ਮਜ਼ਦੂਰਾਂ ਲਈ ਨਹੀਂ ਲੜ ਰਹੇ। ਕੋਈ ਹਉਮੈ ਦਾ ਪ੍ਰਗਟਾਵਾ ਨਹੀਂ ਆ। ਜੇ ਪੰਜਾਬ ਦੀ ਹੋਂਦ ਲਈ ਨਹੀਂ ਲੜਿਆ ਗਿਆ ਤਾਂ ਪੰਜਾਬ ਦਾ ਇਤਿਹਾਸ ਸਾਨੂੰ ਮਿਹਣਾ ਮਾਰੂਗਾ ਵੀ ਤੁਸੀਂ MSP ਲਈ ਲੜਦੇ ਰਹੇ, ਰਿਆਇਤਾਂ ਲਈ ਲੜਦੇ ਰਹੇ, ਮੇਰੀ ਖਾਤਰ, ਇਸ ਮਿੱਟੀ ਖਾਤਰ ਕੋਈ ਨਹੀਂ ਲੜਿਆ। ਇੰਨੀ ਕੀ ਗੱਲ ਹੀ ਹੈ ਜੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਕਿਸੇ ਦੇ ਕੋਈ ਸਵਾਲ ਜਵਾਬ ਆ ਤਾਂ ਪਲੀਜ਼ ਆਪਾਂ ਹੁਣੇ ਹੀ ਕਰ ਸਕਦੇ ਹਾਂ, ਮੈਨੂੰ ਪਲੀਜ਼ ਪੁੱਛ ਸਕਦੇ ਹੋ ਤੁਸੀਂ। ਹਾਂਜੀ, ਤੁਸੀਂ ਆਉਣਾ, ਆ ਜਾਓ, ਇੱਥੇ ਹੀ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਬਾਈ ਵੱਡੇ ਬਾਈ ਨੇ ਗੱਲ ਕੀਤੀ ਏ, ਮੈਨੂੰ ਵੀ ਘੱਟੋ ਘੱਟ ਵੀਰੇ ਅੱਜ 7 ਅਕਤੂਬਰ ਹੋ ਗਈ ਏ, ਘੱਟੋ 18 ਸਤੰਬਰ ਤੋਂ ਮੈਂ ਵੀ ਜੀ ਇਸ ਜਦੋਂ ਦੇ ਮੋਰਚਾ ਚੱਲਿਆ ਜੀ। ਤਕਰੀਬਨ ਪਹਿਲਾਂ ਬਜ਼ੁਰਗ ਕਰਦੇ ਹੁੰਦੇ ਸਨ ਵੀ ਸਾਥ ਦਿਓ ਸਾਥ ਦਿਓ, ਅਸੀਂ ਵੀ ਸਾਥ ਦੇਣ ਵਾਲੇ ਪਾਸੇ ਆ ਗਏ ਜੀ। ਉਸ ਤੋਂ ਮੁੜ ਕੇ ਕੀ ਹੋਇਆ ਜੀ, ਮੇਰੀ ਪਟਿਆਲੇ ਮੈਂ ਪਹਿਲੀ ਵਾਰ ਆਇਆ, ਮੈਨੂੰ ਤਾਂ ਇੱਦਾਂ ਵੀ ਨਹੀਂ ਸੀ ਪਤਾ ਵੀ ਅੱਗੇ 31 ਜਥੇਬੰਦੀਆਂ ਨੇ ਜਾਂ ਕਿੱਦਾਂ। ਜੇ ਅਸੀਂ ਕਿਸਾਨੀ ਲੋ ਜਿੱਦਾਂ ਬਾਈ ਜੀ ਨੇ ਗੱਲ ਕੀਤੀ ਕਿ ਸਿਰਫ ਕਿਸਾਨੀ ਵਾਸਤੇ ਜੇ ਕਿਸਾਨਾਂ ਦੇ ਹੱਕ 'ਚ ਆਏ। ਉਸ ਤੋਂ ਮੁੜ ਕੇ ਬਹੁਤ ਬਾਈਟਾਂ ਹੋਈਆਂ ਹਰ ਜਗ੍ਹਾ 'ਤੇ, ਪਰ ਜਿੱਦਾਂ ਜਥੇਬੰਦੀਆਂ ਨੇ ਉਹ ਜਥੇਬੰਦੀ ਕਹਿੰਦੇ ਵੀ ਵੀਰੇ ਇੱਕ ਕੋਰਟ ਚਾਹੇ ਰਹਿਣ ਨਹੀਂ ਦਿਓ, ਕੋਈ ਨਹੀਂ ਚੱਲਣ ਦਿਓ। ਤੇ ਜਥੇਬੰਦੀਆਂ ਇੱਦਾਂ ਜੀ ਉੱਦਾਂ, ਪਰ ਮੈਂ ਵੀ ਅਸੀਂ ਕਿਸੇ ਜਥੇਬੰਦੀ 'ਚ ਰਲ ਨਹੀਂ ਆਏ, ਅਸੀਂ ਤਾਂ ਆਪਣਾ ਸਾਥ ਦੇਣ ਆਏ ਹਾਂ। ਸੋ ਉਸ ਤੋਂ ਬਿਨਾਂ ਦੁੱਧ ਦਾ ਮੁੱਦਾ ਹਰ ਜਗ੍ਹਾ ਮੈਂ ਸਿਰਫ ਇੱਕੋ ਮੈਂ ਇਹੀ ਗੱਲਾਂ ਸਾਨੂੰ ਸਤਾ ਰਹੀਆਂ ਸਨ ਕਿ ਅਸੀਂ ਕਿਸ ਦੇ ਪਿੱਛੇ ਜਾਈਏ, ਕਿਹਦਾ ਸਾਥ ਦਈਏ, ਕਿ ਇਕੱਲੇ MSP ਨਾਲ ਗੱਲ ਨਹੀਂ ਬਣਨੀ। MSP ਦੇ ਤੋਂ ਪਹਿਲਾਂ ਵੀ ਆਪਣੀ ਹੈਗੀ ਹੈ। MSP ਦੇ ਨਾਲ ਨਾਲ ਸਾਡਾ ਦੁੱਧ ਦਾ ਇੱਕ ਬੜਾ ਜ਼ਰੂਰੀ ਮੁੱਦਾ ਹੈ। ਜਿੱਦਾਂ ਹੋਰ ਆਪਣੇ ਬਹੁਤ ਜ਼ਰੂਰੀ ਮੁੱਦੇ ਨੇ, ਜਿੱਦਾਂ ਸਾਡੀ 45 ਲੱਖ ਵਾਲੀ ਜ਼ਮੀਨ 40 ਲੱਖ ਦੀ ਆਈ ਹੈ ਜੀ। ਸਿਰਫ ਅੱਜ ਆਪਣਾ ਇੱਕ ਮੁੱਦਾ ਨਹੀਂ ਕਿ ਐਵੇਂ ਦੀ ਲਹਿਰ ਵਾਰ-ਵਾਰ ਨਹੀਂ ਉੱਠਦੀ ਜੀ। ਸੋ ਆਪਣਾ ਜੋ ਦੁਕਾਨਦਾਰਾਂ ਦਾ ਮੁੱਦਾ ਹੈ, MSP ਇਕੱਲਾ ਹੱਲ ਉਹਨਾਂ ਦੁਕਾਨਦਾਰਾਂ ਦਾ ਨਹੀਂ ਕੰਮ ਖੜਨ ਲੱਗਾ, ਚਾਹੇ ਕੋਈ ਮੁਲਾਜ਼ਮ ਹੈ, ਚਾਹੇ ਕੁਝ ਵੀ ਹੈ। ਜਦ ਯੂਥ ਅਸੀਂ ਬਾਹਰ ਦੇਸ਼ ਛੱਡ ਕੇ ਭੱਜਨੇ ਆ, ਦਿਹਾੜੀਆਂ ਕਰਨ ਵਾਸਤੇ ਜਾ ਰਹੇ ਹਾਂ। ਅੱਜ ਤੋਂ ਜੇ 50 ਸਾਲ ਪਿੱਛੇ ਤੁਰ ਜਾਈਏ ਸਾਡੇ ਵਿਰਸਾ ਖਤਮ ਹੋ ਗਿਆ। ਇਹਨਾਂ ਸਰਕਾਰਾਂ ਨੇ ਕੀਤਾ ਕਿਉਂਕਿ ਇੱਥੋਂ ਯੂਥ ਭਜਾਤਾ, ਯੂਥ ਮੋਡਰਨ ਕਰਤਾ।
ਜੋ ਅੱਜ ਤੋਂ 50 ਸਾਲ ਪਿੱਛੇ ਜਾਂ 30 ਸਾਲ ਪਿੱਛੇ ਚੱਲ ਜਾਓ, ਕੋਈ ਏਸੀ ਨਹੀਂ ਸੀ, ਕੁਝ ਨਹੀਂ, ਕੋਈ ਕਿੱਥੇ ਬੋਰਡ ਦੀਆਂ ਛਾਵਾਂ ਜਾਂ ਕੁਝ ਵੀ, ਇਹ ਚੀਜ਼ਾਂ ਵੀ ਇਹਨਾਂ ਸਾਡਾ ਪੰਜਾਬ ਖਤਮ ਕੀਤਾ ਹੈ। ਇਹ ਹਰੇਕ ਮੁੱਦੇ ਨੇ ਨਾ, ਅੱਜ ਦਾ ਨਹੀਂ, ਇਹ ਬਿੱਲਾਂ ਵਾਲਾ ਮੁੱਦਾ ਤਾਂ ਅਖੀਰ ਦੇ ਵਿੱਚ ਆ ਹੀ ਗਿਆ, ਸਾਰਿਆਂ ਦੇ ਸਾਹਮਣੇ ਹੀ ਆ ਗਿਆ ਵੀ ਸਰਕਾਰਾਂ ਦੀਆਂ ਨੀਤੀਆਂ ਕੀ ਸਨ। ਜਿੱਦਾਂ ਹੁਣ ਇੱਥੇ ਦਿੱਲੀ ਚੱਲ ਜਾਓ, ਜਿਹੜੀ ਚੀਜ਼ ਅੱਜ ਤੋਂ 5 ਸਾਲ ਪਹਿਲਾਂ 20 ਲੱਖ ਦੀ ਸੀ, ਅੱਜ ਉਹ ਕਰੋੜ ਦੀ ਹੋ ਗਈ ਏ। ਸਾਡੀ 45 ਲੱਖ ਦੀ ਚੀਜ਼ ਇਹਨਾਂ ਦਾ 15 ਲੱਖ ਕਰਨ ਦਾ ਕਾਰਨ ਹੀ ਇਹੀ ਸੀ, ਪੰਜਾਬ ਨੂੰ ਬਰਬਾਦ ਕਰਨਾ। ਦੁੱਧ ਸੀ 2013 ਦੇ ਵਿੱਚ, ਮੈਂ ਡੈਰੀ ਫਾਰਮ ਦਾ ਕੰਮ ਕੀਤਾ, 7 ਸਾਲ ਮੈਂ 20 25 ਗਾਵਾਂ ਰੱਖੀਆਂ ਨੇ। 2013 ਦੇ ਵਿੱਚ ਦੁੱਧ ਦਾ ਰੇਟ ਸੀ 31 ਰੁਪਏ, ਤੇ 31 ਰੁਪਏ ਦਾ ਦੁੱਧ ਦਾ ਰੇਟ ਅੱਜ 2020 ਦੇ ਵਿੱਚ 25 ਰੁਪਏ ਆ ਗਿਆ। ਜੋ ਫੀਡ ਸੀ 13 ਰੁਪਏ 14 ਰੁਪਏ ਕਿਲੋ ਸੀ, ਅੱਜ 22 ਰੁਪਏ 23 ਰੁਪਏ ਤੱਕ ਪਹੁੰਚ ਗਈ, 25 ਰੁਪਏ ਤੱਕ ਕਿਲੋ ਪਹੁੰਚ ਗਈ ਫੀਡ। ਵੀ ਕਿਸਾਨਾਂ ਆਪਣੀ ਜਿੱਦਾਂ ਵੀ ਆਪਣੇ ਖਰਚੇ ਇੰਨੇ ਵਧਾਤੇ, ਜਿੱਦਾਂ ਬਾਈ ਜੀ ਨੇ ਕਿਹਾ ਵੀ 5 ਲੱਖ ਅੱਗੇ ਰੱਖਿਆ, ਉਹ 5 ਲੱਖ ਸਾਨੂੰ ਫੜਨਾ ਪਏਗਾ, ਕਿਉਂਕਿ ਆਪਾਂ ਪਹਿਲਾਂ ਵੀ ਮਰੇ ਪਏ ਆ। ਹਰੇਕ ਇਨਸਾਨ ਨੂੰ ਪਹਿਲਾਂ ਨਾ ਕਰਜ਼ਾਈ ਕੀਤਾ, ਜ਼ਮੀਨਾਂ ਦੇ ਲੋਨ ਤੇ ਜਿਹਨੂੰ ਮਿਲਦੇ ਉਸ ਤੋਂ ਮਿਲ ਕੇ, ਜਿਹਦੇ ਕੋਲ ਜ਼ਮੀਨ ਨਹੀਂ ਉਹਨੂੰ ਵੀ ਆਧਾਰ ਕਾਰਡ ਦੇ ਨਾਲ ਲੋਨ ਦਿੱਤੇ। ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਅਸੀਂ ਮੇਰਾ ਵੀਰ ਜਿੰਨੇ ਜੋਗੇ ਹੈਗੇ ਆ ਬਾਈ ਜੀ ਦੇ ਨਾਲ ਦਿਲੋਂ ਖੜੇ ਆ। ਜਿੱਥੇ ਬਾਈ ਜੀ ਖਿਲਾਰਨਗੇ, ਜਿੱਥੋਂ ਤੱਕ ਬਾਈ ਜੀ ਆਵਾਜ਼ ਕੱਢਣਗੇ, ਬਾਈ ਜੀ ਦੇ ਨਾਲ ਆ, ਜਿੱਥੋਂ ਤੱਕ ਵੀ ਆ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।